ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਸਾਧ ਸੰਗਤ ਜੀ ਇਹ ਹੈ ਕਿ ਧਰਮਰਾਜ ਦੀ ਕਚਹਿਰੀ ਤੱਕ ਪਹੁੰਚਣ ਤੇ ਆਤਮਾ ਨੂੰ ਕਿੰਨਾ ਸਮਾਂ ਲੱਗਦਾ ਹੈ। ਜੇਕਰ ਆਤਮਾ ਸਰੀਰ ਵਿੱਚ ਰਹਿੰਦੇ ਇਸ ਸੰਸਾਰ ਤੇ ਪਾਪ ਵੱਧ ਕਰਦੀ ਹੈ, ਭਾਵ ਇਨਸਾਨ ਪਾਪ ਵੱਧ ਕਰਦਾ ਹੈ ਤੇ ਆਤਮਾ ਭਾਰੀ ਹੋ ਜਾਂਦੀ ਹੈ, ਉਹਨੂੰ ਵੱਧ ਸਮਾਂ ਲੱਗਦਾ ਹੈ। ਜੇਕਰ ਨਾਮ ਜਪਣ ਵਾਲੀ ਰੂਹ ਹੋਵੇ, ਪਾਪ ਨਹੀਂ ਕਰਦੀ ਜਿਹੜੀ ਰੂਹ, ਉਹਦੀ ਰੂਹ ਹਲਕੀ ਹੁੰਦੀ ਹੈ, ਉਹਦੀ ਆਤਮਾ ਦਾ ਭਾਰ ਘੱਟ ਹੁੰਦਾ ਹੈ, ਇਸੇ ਲਈ ਉਹਨੂੰ ਘੱਟ ਸਮਾਂ ਲੱਗਦਾ ਹੈ। ਸੋ ਅੱਜ ਦਾ ਵਿਚਾਰ ਇਸੇ ਤਰ੍ਹਾਂ ਹੀ ਹੈ ਕਿ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚਣ ਲਈ ਆਤਮਾ ਨੂੰ ਕਿੰਨਾ ਸਮਾਂ ਲੱਗਦਾ ਹੈ। ਵੱਖੋ ਵੱਖਰੇ ਸਾਰਿਆਂ ਦੇ ਵਿਚਾਰ ਨੇ। ਕਿਸੇ ਨੇ ਕਿਹਾ 5 ਸਾਲ, ਕਿਸੇ ਨੇ ਕਿਹਾ 4, ਕਿਸੇ ਨੇ 3, ਕਿਸੇ ਨੇ 2, ਕਿਸੇ ਨੇ 1। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵਾਲਾ ਭਾਵ ਘੰਟੀ ਵਾਲਾ ਬਟਨ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਆਓ ਸ਼ੁਰੂ ਕਰਦੇ ਹਾਂ। ਮਰਨਾ ਸੱਚ ਹੈ, ਇੱਕ ਦਿਨ ਜ਼ਰੂਰ ਮਰਨਾ ਸਾਰਿਆਂ ਨੇ। ਜਿਉਣਾ ਝੂਠ ਹੈ, ਪਰ ਸਾਰੇ ਜਿਉਂ ਰਹੇ ਹੈ ਮੌਤ ਨੂੰ ਭੁੱਲ ਕੇ। ਧਰਮਰਾਜ ਦੀ ਕਚਹਿਰੀ ਵਿੱਚ ਇੱਕ ਦਿਨ ਸਾਰਿਆਂ ਦੀ ਪੇਸ਼ੀ ਹੋਣੀ ਹੈ, ਚੰਗੇ ਤੇ ਮਾੜੇ ਕਰਮਾਂ ਦੇ ਲੇਖੇ ਜੋਖੇ ਹੋਣੇ ਹੈ। ਜੇਕਰ ਕੋਈ ਸਾਧੂ ਮਹਾਤਮਾ, ਉਹ ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਜੇਕਰ ਉਹਦੇ ਕਰਮ ਪਰਮਾਤਮਾ ਨਾਲ ਇੱਕਮਿਕ ਹੋਣ ਤਾਂ ਉਹਨਾਂ ਲਈ ਰਾਹ ਵੱਖਰੇ ਹੁੰਦੇ ਆ ਤੇ ਪਾਪੀਆਂ ਲਈ ਰਾਹ ਵੱਖਰੇ ਹੁੰਦੇ ਆ। ਅੱਜ ਵੀ ਆਪਾਂ ਇਹੋ ਵਿਚਾਰ ਕਰਨੀ ਹੈ, ਜਿਹਨੂੰ ਸੁਣ ਕੇ ਤੁਹਾਨੂੰ ਸਮਝ ਆ ਜਾਣੀ ਹੈ ਵੀ ਪਰਮਾਤਮਾ ਦੀ ਕਚਹਿਰੀ ਨੂੰ ਜਾਣ ਲਈ ਕਿੰਨਾ ਸਮਾਂ ਲੱਗਦਾ। ਇਹ ਘਟਨਾ ਹੈ ਸੰਤ ਬਾਬਾ ਹਰਦੇਵ ਸਿੰਘ ਜੀ ਨਾਲ ਵਾਪਰੀ। ਬਾਬਾ ਜੀ ਦੀ ਮਹਿਮਾ ਦੂਰ ਦੂਰ ਤੱਕ ਫੈਲੀ ਹੋਈ ਸੀ। ਉਹਨਾਂ ਦੀ ਮਹਿਮਾ ਸੁਣ ਕੇ ਇੱਕ ਪੰਡਿਤ ਉਹਨਾਂ ਕੋਲ ਆ ਪਹੁੰਚਿਆ। ਜਦੋਂ ਬਾਬਾ ਜੀ ਨੂੰ ਪਤਾ ਲੱਗਾ ਕਿ ਪੰਡਿਤ ਜੀ ਆਏ ਨੇ, ਜੋ ਕਿ ਬੜੇ ਵਿਦਵਾਨ ਨੇ, ਧਾਰਮਿਕ ਗ੍ਰੰਥਾਂ ਦੇ ਬੜੇ ਗਿਆਤਾ ਨੇ, ਤੇ ਬਾਬਾ ਸੁਖਦੇਵ ਸਿੰਘ ਜੀ ਨੇ ਵੀ ਉਹਨਾਂ ਦਾ ਬਹੁਤ ਸਤਿਕਾਰ ਕੀਤਾ। ਅਲੱਗ ਤੋਂ ਉਹਨਾਂ ਨੂੰ ਕਮਰਾ ਦਿੱਤਾ ਤੇ 2 ਸੇਵਾਦਾਰ ਲਾ ਦਿੱਤੇ ਸੇਵਾ ਕਰਨ ਵਾਸਤੇ। ਦੋਨੇ ਸੇਵਾਦਾਰ ਜਦੋਂ ਵੀ ਕੋਈ ਪੰਡਿਤ ਜੀ ਸੇਵਾ ਲਈ ਕਹਿੰਦੇ ਸੀ, ਕੋਈ ਵੀ ਚੀਜ਼ ਮੰਗਦੇ ਸੀ, ਤਾਂ ਹਮੇਸ਼ਾ ਤਤਪਰ ਰਹਿੰਦੇ ਸੀ, ਤਿਆਰ ਬਰ ਤਿਆਰ। ਪਰ ਪੰਡਿਤ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਜੇ ਤੁਹਾਡੀ ਆਗਿਆ ਹੋਵੇ, ਜੇ ਤੁਹਾਡਾ ਹੁਕਮ ਹੋਵੇ ਕਿ ਮੈਂ ਤੁਹਾਨੂੰ ਵੇਦ ਪੁਰਾਣਾਂ ਦੀ ਕਥਾ ਸੁਣਾਉਣਾ ਚਾਹੁੰਦਾ ਹਾਂ। ਬਾਬਾ ਜੀ ਕਹਿੰਦੇ, ਹਾਂਜੀ ਬਿਲਕੁਲ ਜ਼ਰੂਰ, ਤੁਹਾਡੀ ਕਥਾ ਅਸੀਂ ਸੁਣਾਂਗੇ। ਪਰ ਇਉਂ ਹੈ ਕਿ ਸੁਬਾਹ ਨਿਤਨੇਮ ਦਾ ਸਮਾਂ ਹੁੰਦਾ ਹੈ, ਉਸ ਤੋਂ ਬਾਅਦ ਸੰਗਤਾਂ ਦਾ ਬਹੁਤ ਇਕੱਠ ਹੁੰਦਾ ਹੈ, ਮਿਲਣ ਵਾਸਤੇ ਸੰਗਤਾਂ ਬਹੁਤ ਆਉਂਦੀਆਂ ਨੇ, ਤੇ ਉਸ ਤੋਂ ਬਾਅਦ ਦੀਵਾਨਾਂ ਦੀ ਹਾਜ਼ਰੀ ਵੀ ਭਰਨੀ ਹੁੰਦੀ ਹੈ, ਰਾਗੀ ਸਿੰਘਾਂ ਨੇ ਵੀ ਕੀਰਤਨ ਕਰਨਾ ਹੁੰਦਾ ਹੈ। ਤੁਹਾਡੀ ਕਥਾ ਸੁਬਾਹ ਤਾਂ ਨਹੀਂ ਸੁਣ ਸਕਦੇ, ਪਰ ਸ਼ਾਮ ਨੂੰ, ਰਾਤ ਦੇ ਵੇਲੇ ਤੁਹਾਡੀ ਕਥਾ ਅਸੀਂ ਜ਼ਰੂਰ ਸੁਣਾਂਗੇ। ਚਲੋ ਸਾਧ ਸੰਗਤ ਜੀ, ਹੋਇਆ ਕਿ ਰਾਤ ਦਾ 9 ਵਜੇ ਦਾ ਸਮਾਂ ਮਿਥ ਲਿਆ ਗਿਆ। ਰਾਤ ਹੋਈ 9 ਵਜੇ ਤੇ ਪੰਡਿਤ ਜੀ ਬਾਬਾ ਜੀ ਦੇ ਕਮਰੇ ਵਿੱਚ ਆ ਗਏ ਕਥਾ ਕਰਨ ਵਾਸਤੇ। ਉਹਨਾਂ ਦਿਨਾਂ ਵਿੱਚ ਬਾਬਾ ਜੀ ਦੀ ਸਿਹਤ ਠੀਕ ਨਹੀਂ ਸੀ ਰਹਿੰਦੀ ਤੇ ਬਾਬਾ ਜੀ ਦੇਸੀ ਦਵਾਈ ਦਾ ਇਸਤੇਮਾਲ ਕਰਦੇ ਸੀ। ਉਸ ਵੇਲੇ ਬਾਬਾ ਜੀ ਦਾ ਇੱਕ ਸੇਵਾਦਾਰ ਸੀ ਮਸਤਾਨਾ, ਜੋ ਮਸਤਾਨੇ ਸੁਭਾਅ ਦਾ ਸੀਗਾ ਤੇ ਜਿਹਦਾ ਕੰਮ ਸੀ, ਜਿਹਦੀ ਡਿਊਟੀ ਸੀ ਵੀ ਬਾਬਾ ਜੀ ਨੂੰ ਦਵਾਈ ਸਮੇਂ ਸਿਰ ਦੇਣੀ। ਪੰਡਿਤ ਜੀ ਨੇ ਗਰੁੜ ਪੁਰਾਣ ਦੀ ਕਥਾ ਸ਼ੁਰੂ ਕੀਤੀ। ਕਥਾ ਆਰੰਭ ਹੋਈ ਤੇ ਕਥਾ ਸੁਣਾ ਰਹੇ ਨੇ, ਇੰਨੇ ਨੂੰ ਮਸਤਾਨਾ ਸਿੰਘ ਕਮਰੇ ਵਿੱਚ ਆ ਜਾਂਦੇ ਆ। ਇੱਧਰ ਪੰਡਿਤ ਜੀ ਕਥਾ ਕਰ ਰਹੇ ਹੁੰਦੇ, ਕਥਾ ਸ਼ੁਰੂ ਹੋ ਚੁੱਕੀ ਹੈ, ਬਾਬਾ ਜੀ ਕਥਾ ਸਰਵਣ ਕਰ ਰਹੇ ਸੀ ਬੜੇ ਪਿਆਰ ਦੇ ਨਾਲ, ਪਰ ਇੱਧਰੋਂ ਦੁੱਧ ਤੇ ਦਵਾਈ ਲੈ ਕੇ ਮਸਤਾਨਾ ਜੀ ਆ ਗਏ, ਜੋ ਕਿ ਚੱਲਦੀ ਕਥਾ ਵਿੱਚ ਹੀ ਮਸਤਾਨਾ ਜੀ ਨੇ ਕਿਹਾ, ਬਾਬਾ ਜੀ ਤੁਹਾਡੀ ਦਵਾਈ ਦਾ ਸਮਾਂ ਹੋ ਗਿਆ, ਤੁਸੀਂ ਦੁੱਧ ਦੇ ਨਾਲ ਆਪਣੀ ਦਵਾਈ ਲੈ ਲਓ। ਬਾਬਾ ਜੀ ਕਹਿਣ ਲੱਗੇ, ਹੁਣ ਕਥਾ ਚੱਲ ਰਹੀ ਹੈ, ਅਸੀਂ ਪੂਰੀ ਕਥਾ ਸਰਵਣ ਕਰਕੇ ਹੀ ਦੁੱਧ ਛਕਾਂਗੇ ਤੇ ਦਵਾਈ ਲਵਾਂਗੇ। ਚੱਲਦੀ ਕਥਾ ਦੇ ਵਿੱਚ ਅਸੀਂ ਦਵਾਈ ਨਹੀਂ ਲੈਣੀ। ਉਸੇ ਤਰ੍ਹਾਂ ਹੀ ਹੋਇਆ। ਮਸਤਾਨਾ ਸਿੰਘ ਦੁੱਧ ਫੜ ਕੇ ਤੇ ਦਵਾਈ ਲੈ ਕੇ ਇੱਕ ਖੂੰਜੇ ਵਿੱਚ ਸਾਈਡ ਤੇ ਖੜਾ ਹੋ ਗਿਆ ਤੇ ਖੜਾ ਹੀ ਰਿਹਾ। ਪੰਡਿਤ ਜੀ ਗਰੁੜ ਪੁਰਾਣ ਦੇ ਵਿੱਚੋਂ ਕਥਾ ਕਰ ਰਹੇ ਸੀ
ਤੇ ਜਿਸ ਵਿੱਚ ਉਹ ਦੱਸ ਰਹੇ ਸੀ ਕਿ ਧਰਮਰਾਜ ਦੀ ਕਚਹਿਰੀ ਵਿੱਚ ਜਾਣ ਲਈ 5 ਸਾਲ ਦਾ ਸਮਾਂ ਲੱਗਦਾ ਹੈ। ਇਹ ਵਿਚਾਰ ਬਾਬਾ ਜੀ ਤੇ ਨਾਲ ਸੰਗਤਾਂ ਤੇ ਉਹ ਮਸਤਾਨਾ ਸਿੰਘ ਵੀ ਸੁਣ ਰਿਹਾ ਸੀ। ਮਸਤਾਨਾ ਜੀ ਫੇਰ ਕਹਿਣ ਲੱਗੇ, ਬਾਬਾ ਜੀ ਤੁਸੀਂ ਦੁੱਧ ਦਵਾ ਛਕ ਲਓ। ਤੇ ਬਾਬਾ ਜੀ ਕਹਿਣ ਲੱਗੇ, ਸੀ ਕਥਾ ਪੂਰੀ ਸੁਣ ਕੇ ਹੀ ਦੁੱਧ ਦਵਾ ਛਕਾਂਗੇ। ਪੰਡਿਤ ਜੀ ਦੱਸ ਰਹੇ ਸੀ ਕਿ ਧਰਮਰਾਜ ਦੀ ਕਚਹਿਰੀ ਦੇ ਵਿੱਚ ਕਿਵੇਂ ਕਿਹੜੇ ਕਰਮਾਂ ਦੀ ਕਿਵੇਂ ਵੱਖਰੀ ਸਜ਼ਾ ਮਿਲਦੀ ਹੈ। ਇਸ ਤਰ੍ਹਾਂ ਦੀਆਂ ਵਿਚਾਰਾਂ ਆਪਸ ਦੇ ਵਿੱਚ ਚੱਲ ਰਹੀਆਂ ਸੀ। ਫਿਰ ਮਸਤਾਨਾ ਜੀ ਨੇ ਆਖਿਆ, ਬਾਬਾ ਜੀ ਤੁਸੀਂ ਦਵਾ ਛਕ ਲਓ, ਤੁਹਾਡੀ ਸਿਹਤ ਠੀਕ ਨਹੀਂ ਹੈ, ਤੁਸੀਂ ਜਲਦੀ ਤੋਂ ਜਲਦੀ ਦੁੱਧ ਛਕੋ ਤੇ ਦਵਾ ਲਓ। ਬਾਬਾ ਜੀ ਨੇ ਫੇਰ ਮਨਾ ਕਰ ਦਿੱਤਾ ਤੇ ਕਥਾ ਫੇਰ ਸ਼ੁਰੂ ਹੋ ਗਈ। ਪੰਡਿਤ ਜੀ ਫੇਰ ਕਹਿੰਦੇ ਨੇ ਕਿ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚਣ ਲਈ 5 ਸਾਲ ਦਾ ਸਮਾਂ ਲੱਗਦਾ ਹੈ। ਇਹ ਸੁਣ ਕੇ ਮਸਤਾਨਾ ਜੀ ਮੌਜ ਵਿੱਚ ਆ ਗਏ ਤੇ ਕਹਿਣ ਲੱਗੇ, ਕਿਉਂਕਿ ਜਿਹੜੇ ਮਸਤਾਨੇ ਹਨ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਸੁਰਤ ਬਹੁਤ ਉੱਚੀ ਹੁੰਦੀ ਹੈ। ਮਸਤਾਨਾ ਜੀ ਮੌਜ ਵਿੱਚ ਆ ਕੇ ਕਹਿਣ ਲੱਗੇ, ਪੰਡਿਤ ਜੀ ਕੀ ਤੁਸੀਂ 5 ਸਾਲ ਲਾਈ ਆ? 5 ਸਾਲ ਨਹੀਂ ਲੱਗਦੇ। ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ 1 ਛਿਣ ਦੇ ਵਿੱਚ 1 ਸਕਿੰਟ ਦੇ ਵਿੱਚ ਧਰਮਰਾਜ ਦੀ ਕਚਹਿਰੀ ਦਿਖਾ ਸਕਦਾ ਹਾਂ। ਇਹ ਗੱਲ ਸੁਣ ਕੇ ਪੰਡਿਤ ਬਹੁਤ ਹੈਰਾਨ ਹੋਇਆ। ਉੱਥੇ ਬੈਠੀਆਂ ਹੋਈਆਂ ਸੰਗਤਾਂ ਵੀ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਈਆਂ। ਪੰਡਿਤ ਕਹਿਣ ਲੱਗਿਆ, ਪੰਡਿਤ ਨੇ ਇਹ ਗੱਲ ਸੁਣ ਕੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਬਾਬਾ ਜੀ ਨੂੰ ਕਹਿਣ ਲੱਗਿਆ, ਇਹ ਕੌਣ ਹੈ ਜੀ? ਬਾਬਾ ਜੀ ਕਹਿਣ ਲੱਗੇ, ਇਹ ਮਸਤਾਨੇ ਸਿੰਘ ਹੁੰਦੇ ਹਨ, ਇਹਨਾਂ ਦੀ ਸੁਰਤੀ ਬਿਰਤੀ ਬਹੁਤ ਉੱਚੀ ਹੁੰਦੀ ਹੈ, ਇਹ ਜੋ ਕਹਿੰਦੇ ਨੇ ਉਹ ਸੱਚ ਹੁੰਦਾ ਹੈ, ਸੋ ਇਹਨਾਂ ਦਾ ਤੁਸੀਂ ਬੁਰਾ ਨਾ ਮੰਨੋ। ਪਰ ਪੰਡਿਤ ਜੀ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਤੇ ਕਿਹਾ, ਨਾਲੇ ਗੁੱਸਾ ਵੀ ਕੀਤਾ ਤੇ ਕਿਹਾ, ਪੰਡਿਤ ਜੀ ਕਹਿਣ ਲੱਗੇ ਵੀ ਮੈਨੂੰ ਧਰਮਰਾਜ ਦੇ ਦਰਸ਼ਨ ਹੁਣੇ ਕਰਵਾਓ, ਇਸੇ ਸਮੇਂ ਇੱਥੇ ਕਮਰੇ ਦੇ ਵਿੱਚ ਬੈਠਿਆਂ ਮੈਂ ਹੁਣੇ ਧਰਮਰਾਜ ਦੇ ਦਰਸ਼ਨ ਕਰਨੇ ਨੇ। ਮਸਤਾਨਾ ਜੀ ਨੇ ਦੁੱਧ ਤੇ ਦਵਾਈ ਬਾਬਾ ਜੀ ਨੂੰ ਫੜਾਈ। ਬਾਬਾ ਜੀ ਤੁਸੀਂ ਦੁੱਧ ਤੇ ਦਵਾ ਛਕੋ ਤੇ ਮੈਂ ਪੰਡਿਤ ਜੀ ਨੂੰ ਧਰਮਰਾਜ ਦੀ ਕਚਹਿਰੀ ਦਾ ਗੇੜਾ ਲਵਾ ਕੇ ਲਿਆਉਣਾ। ਇੰਨੀ ਗੱਲ ਕਹਿ ਕੇ ਮਸਤਾਨਾ ਜੀ ਨੇ ਮਿਹਰ ਭਰੀ ਨਿਗਾਹ ਉਸ ਪੰਡਿਤ ਵੱਲ ਮਾਰੀ। 1 ਸਕਿੰਟ ਦੇ ਵਿੱਚ ਦੋਨਾਂ ਦੀਆਂ ਆਤਮਾਵਾਂ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਖੜੀਆਂ ਹੋ ਗਈਆਂ। 1 ਪਲ ਲੱਗਿਆ, ਨਾਲ ਹੀ ਪੰਡਿਤ ਤੇ ਨਾਲ ਹੀ ਮਸਤਾਨਾ ਜੀ ਧਰਮਰਾਜ ਦੀ ਕਚਹਿਰੀ ਵਿੱਚ ਪਹੁੰਚ ਗਏ। ਜਦੋਂ ਪੰਡਿਤ ਨੇ ਵੇਖਿਆ, ਪੰਡਿਤ ਦੰਗ ਰਹਿ ਗਿਆ ਵੇਖ ਕੇ ਵੀ ਧਰਮਰਾਜ ਦੀ ਕਚਹਿਰੀ, ਇਹ ਕਿਹੜਾ ਲੋਕ ਹੈ। ਉੱਥੋਂ ਦੇ ਦ੍ਰਿਸ਼ ਵੱਖਰੇ ਹੀ ਸੀ ਤੇ ਬੜਾ ਹੈਰਾਨ ਹੋ ਗਿਆ। ਸਰੀਰ ਤੇ ਉਹਦੀ ਆਤਮਾ ਕੰਬ ਗਈ। ਧਰਮਰਾਜ ਉੱਥੇ ਸਾਰਿਆਂ ਦੇ ਨਿਆਂ ਕਰ ਰਿਹਾ ਸੀ। ਇਹ ਸੀਨ ਵੇਖ ਕੇ, ਇਹ ਕੌਤਕ ਵੇਖ ਕੇ ਪੰਡਿਤ ਬਹੁਤ ਹੈਰਾਨ ਹੋਇਆ। ਜਦੋਂ ਧਰਮਰਾਜ ਜੀ ਨੇ ਮਸਤਾਨਾ ਜੀ ਨੂੰ ਵੇਖਿਆ ਤੇ ਧਰਮਰਾਜ ਨੇ ਮਸਤਾਨਾ ਜੀ ਦਾ ਸਵਾਗਤ ਕੀਤਾ, ਜੀ ਆਇਆਂ ਕਿਹਾ। ਮਸਤਾਨਾ ਜੀ ਨੇ ਕਿਹਾ, ਧਰਮਰਾਜ ਜੀ ਪੰਡਿਤ ਜੀ ਦਾ ਸ਼ੰਕਾ ਸੀ, ਅਸੀਂ ਤਾਂ ਪੰਡਿਤ ਜੀ ਦਾ ਸ਼ੰਕਾ ਨਿਵਰਤ ਕਰਨ ਲਈ ਆਏ ਹਾਂ। ਪੰਡਿਤ ਜੀ ਆਪਣੀ ਕਥਾ ਵਿੱਚ ਕਹਿ ਰਹੇ ਸੀ ਕਿ ਧਰਮਰਾਜ ਦੀ ਕਚਹਿਰੀ ਪਹੁੰਚਣ ਲਈ ਆਤਮਾ ਨੂੰ 5 ਸਾਲ ਲੱਗਦੇ ਹੈ, ਸੋ ਇਸੇ ਲਈ ਪੰਡਿਤ ਜੀ ਨੂੰ ਮੈਂ ਆਪ ਜੀ ਦੀ ਕਚਹਿਰੀ ਵਿੱਚ ਤੁਹਾਡੇ ਦਰਸ਼ਨ ਕਰਾਉਣ ਲਈ ਲੈ ਕੇ ਆਇਆ ਹਾਂ। ਧਰਮਰਾਜ ਮਸਤਾਨਾ ਜੀ ਨਾਲ ਗੱਲਾਂ ਕਰਦੇ ਆ, ਪਰ ਪੰਡਿਤ ਨੂੰ ਅਜੇ ਵੀ ਯਕੀਨ ਨਹੀਂ ਸੀ ਹੋ ਰਿਹਾ। ਪੰਡਿਤ ਨੂੰ ਐਂ ਲੱਗਦਾ ਸੀ ਮੈਂ ਜਿਵੇਂ ਸੁਪਨਾ ਦੇਖ ਰਿਹਾ ਹੋਵਾਂ। ਦੰਗ ਰਹਿ ਗਿਆ ਪੰਡਿਤ। ਜੋ ਕੁਝ ਪੰਡਿਤ ਨੇ ਵੇਦ ਪੁਰਾਣਾਂ ਵਿੱਚ ਪੜ੍ਹਿਆ ਸੀ ਸੱਚਮੁੱਚ ਉਹੀ ਦਿਖ ਰਿਹਾ ਸੀ। ਤੇ ਨਾਲੇ ਉਹਦੇ ਮਨ 'ਚ ਵਿਚਾਰ ਆਇਆ ਵੀ ਅਸੀਂ ਤਾਂ ਬਾਬਾ ਜੀ ਦੇ ਕਮਰੇ ਵਿੱਚ ਬੈਠੇ ਸੀ, ਮੈਂ ਤਾਂ ਗਰੁੜ ਪੁਰਾਣ ਦੀ ਕਥਾ ਸੁਣਾ ਰਿਹਾ ਸੀ ਬਾਬਾ ਜੀ ਨੂੰ। ਪੰਡਿਤ ਬੜਾ ਹੈਰਾਨ ਹੋਇਆ ਤੇ ਧਰਮਰਾਜ ਨੂੰ ਸਾਰੀ ਗੱਲ ਦੱਸਦਾ ਹੈ। ਤੇ ਧਰਮਰਾਜ ਕਹਿੰਦਾ, ਕੋਈ ਗੱਲ ਨਹੀਂ, ਹੁਣ ਤੁਸੀਂ ਮਾਤ ਲੋਕ ਤੇ ਜਾਓ, ਪ੍ਰਿਥਵੀ ਲੋਕ ਤੇ ਜਾਓ ਤੇ ਪਰਮਾਤਮਾ ਦੇ ਸਹੀ ਰਸਤੇ ਤੇ ਤੁਰੋ। ਪੰਡਿਤ ਨੂੰ ਗਿਆਨ ਹੋ ਗਿਆ, ਪੰਡਿਤ ਨੂੰ ਸਮਝ ਆ ਗਈ। ਮਸਤਾਨਾ ਜੀ ਨੇ ਫਿਰ ਪੰਡਿਤ ਜੀ ਵੱਲ ਮਿਹਰ ਭਰੀ ਨਿਗਾਹ ਮਾਰੀ ਤੇ ਪਲਕ ਝਪਦਿਆਂ 1 ਸਕਿੰਟ ਦੇ ਵਿੱਚ ਵਾਪਸ ਹੀ ਉੱਥੇ ਕਮਰੇ ਵਿੱਚ ਆ ਗਏ ਜਿੱਥੇ ਬਾਬਾ ਜੀ ਨੂੰ ਕਥਾ ਸੁਣਾ ਰਹੀ ਸੀ। ਜਦੋਂ ਪੰਡਿਤ ਜੀ ਉਸੇ ਕਮਰੇ ਵਿੱਚ ਵਾਪਸ ਆਏ ਤਾਂ ਸਾਹਮਣੇ ਬਾਬਾ ਜੀ ਬੈਠੇ ਮੁਸਕਰਾ ਰਹੇ ਸੀ ਤੇ ਪੰਡਿਤ ਨੂੰ ਕਹਿਣ ਲੱਗੇ, ਕਿਉਂ ਪੰਡਿਤ ਜੀ ਧਰਮਰਾਜ ਦੇ ਦਰਸ਼ਨ ਕਰਿਆ ਏ? ਇੰਨੀ ਗੱਲ ਸੁਣ ਕੇ ਪੰਡਿਤ ਉੱਠ ਕੇ ਬਾਬਾ ਜੀ ਦੇ ਚਰਨੀ ਪੈਰੀ ਪੈ ਗਿਆ ਤੇ ਕਹਿਣ ਲੱਗੇ, ਬਾਬਾ ਜੀ ਧੰਨ ਹੋ ਤੁਸੀਂ, ਧੰਨ ਹੈ ਤੁਹਾਡਾ ਗੁਰੂ, ਜਿਹਦੇ ਸੇਵਕ ਇੰਨੇ ਵੱਡੇ ਨੇ, ਜਿਹਦੇ ਸੇਵਕ ਇੰਨੇ ਤਕੜੇ ਨੇ, ਉੱਚੀ ਬਿਰਤੀ ਵਾਲੇ ਨੇ, ਜਿਨ੍ਹਾਂ ਕੋਲ ਲੋਕ ਪਰਲੋਕ ਦੀ ਸੋਝੀ ਹੈ, ਉਹਨਾਂ ਦਾ ਗੁਰੂ ਕਿੱਡਾ ਵੱਡਾ ਹੋਵੇਗਾ। ਸੋ ਸਾਧ ਸੰਗਤ ਜੀ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਬੋਲਦਿਆਂ ਹੋਇਆਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ। ਮਹਾਰਾਜ ਬਖਸ਼ਣਹਾਰ ਹਨ, ਸੰਗਤ ਬਖਸ਼ਣਹਾਰ ਹੈ। ਸਾਡੀ ਨਿਮਾਣੀ ਜੀ ਕੋਸ਼ਿਸ਼ ਪ੍ਰਵਾਨ ਕਰਿਓ।
ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।